ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤਿ ਪਿਆਰੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਇਕ ਕਵਾਓ ਪਸਾਓ ਕਰ, ਓੰਕਾਰ ਅਨੇਕ ਅਕਾਰਾ। ਪੌਣ ਪਾਣੀ ਬੈ ਸੰਤਰੋ, ਧਰਤ ਆਗਾਸ ਨਿਵਾਸ ਵਿਥਾਰਾ। ਜਲ ਥਲ ਤਰਵਰ ਪਰਬਤਾਂ, ਜੀਅ ਜੰਤ ਅਗਣਤ ਅਪਾਰਾ। ਇਕ ਵਰ ਭੰਡ ਅਖੰਡ ਹੈ, ਲੱਖ ਵਰ ਭੰਡ ਪਲਕ ਪ੍ਰਕਾਰਾ। ਕੁਦਰਤ ਕੀਮ ਨ ਜਾਣੀਐ, ਕੇਵਡ ਕਾਦਰ ਸਿਰਜਣਹਾਰਾ। ਅੰਤ ਬੇਅੰਤ ਨ ਪਾਰਾਵਾਰਾ, ਅੰਤ ਬੇਅੰਤ ਨ ਪਾਰਾਵਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ, ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ। ਆਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਹੁਣ ਤੱਕ ਆਪ ਜੀ 17ਵੀਂ ਵਾਰ ਤੱਕ ਕਥਾ ਵਿਚਾਰ ਸਰਵਣ ਕਰ ਚੁੱਕੇ ਹੋ। ਅੱਜ 18ਵੀਂ ਵਾਰ ਆਰੰਭ ਹੋਈ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਵਾਰ ਦੇ ਅੰਦਰ ਪਰਮਾਤਮਾ ਦੀ ਬੇਅੰਤਤਾ ਔਰ ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਜ਼ਿਕਰ ਕਰਦੇ ਹੈ। ਕਾਦਰ ਦੀ ਕੁਦਰਤ ਵੀ ਬੇਅੰਤ ਹੈ, ਉਹਦਾ ਤਾਂ ਕੋਈ ਅੰਤ ਹੀ ਨਹੀਂ ਹੈ ਮਾਲਕ ਦਾ। ਵਾਹਿਗੁਰੂ ਨੇ ਜਿਹੜੀਆਂ ਦਾਤਾਂ ਦਿੱਤੀਆਂ ਹਨ ਉਹ ਵੀ ਬੇਸ਼ੁਮਾਰ ਹਨ, ਕੋਈ ਗਿਣਤੀ ਨਹੀਂ। ਇਸ ਲਈ ਸਦਾ ਹੀ ਦਾਤੇ ਦਾ ਸ਼ੁਕਰਾਨਾ ਕਰੀਏ ਜਿਹੜਾ ਬਖਸ਼ਿਸ਼ਾਂ ਰਹਿਮਤਾਂ ਕਰਨ ਵਾਲਾ ਹੈ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀ ਬਾਣੀ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਪਹਿਲਾਂ ਭਾਈ ਗੁਰਦਾਸ ਸਾਹਿਬ ਜੀ ਨੇ ਜੋ ਮੰਗਲਾਚਰਨ ਸਤਿਗੁਰੂ ਨੇ ਕੀਤਾ ਹੈ ਗੁਰਬਾਣੀ ਦੇ ਵਿੱਚ, ਮੰਗਲ ਕਰਦੇ ਹਨ ਪਰਮਾਤਮਾ ਇੱਕ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ, ਅਦੁੱਤੀ ਹੈ।
ਉਹ ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਇੱਕ ਕਵਾਉ ਪਸਾਉ ਕਰ, ਓਅੰਕਾਰ ਅਨੇਕ ਅਕਾਰਾ। ਭਾਈ ਗੁਰਦਾਸ ਜੀ ਪਹਿਲੀ ਪੌੜੀ ਦੇ ਵਿੱਚ ਵਾਹਿਗੁਰੂ ਜੀ ਦੀ ਬੇਅੰਤਤਾ ਦਾ ਜ਼ਿਕਰ ਕਰਦੇ ਹੈ। ਓਅੰਕਾਰ ਨੇ, ਪਰਮਾਤਮਾ ਨੇ ਅਨੇਕਾਂ ਹੀ ਆਕਾਰਾਂ ਦਾ ਪਸਾਰਾ ਜਿਹੜਾ ਹੈ ਉਹ ਆਪਣੇ ਇੱਕ ਵਾਕ ਤੋਂ ਕੀਤਾ ਹੈ। ਉਹਨੇ ਇੱਕ ਵਾਕ ਉਚਾਰਿਆ ਅਤੇ ਇਹਦੇ ਤੋਂ ਸਾਰਾ ਪਸਾਰਾ ਕਰ ਦਿੱਤਾ। ਬਾਕੀ ਲੋਕ ਆਪੋ ਆਪਣੀ ਮਤ ਅਨੁਸਾਰ ਜਿਹੜੇ ਹੈ ਉਹ ਦੁਨੀਆ ਨੂੰ ਦੱਸਦੇ ਹੈ। ਸਾਹਿਬ ਕਹਿੰਦੇ ਨੇ ਉਹਨੇ ਇੱਕ ਵਾਕ ਕਿਹਾ, ਇੱਕ ਬੋਲ, ਔਰ ਉਹਦੇ ਨਾਲ ਇਹ ਅਨੇਕਾਂ ਹੀ ਆਕਾਰ, ਇਹ ਪਸਾਰਾ ਵਾਹਿਗੁਰੂ ਜੀ ਨੇ ਰਚ ਦਿੱਤਾ। ਪੌਣ ਪਾਣੀ ਬੈ ਸੰਤਰੋ, ਧਰਤ ਆਗਾਸ ਨਿਵਾਸ ਵਿਥਾਰਾ। ਪੰਜ ਤੱਤ ਪਰਮਾਤਮਾ ਨੇ ਬਣਾਏ, ਪੌਣ ਹਵਾ, ਪਾਣੀ, ਅੱਗ, ਧਰਤੀ ਅਤੇ ਆਕਾਸ਼। ਇਹ ਪੰਜੇ ਤੱਤ ਵਾਹਿਗੁਰੂ ਜੀ ਨੇ ਰਚ ਕੇ ਨਿਵਾਸ ਵਿਥਾਰਾ, ਇਹਨਾਂ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਦਾ ਵਿਸਥਾਰ ਕੀਤਾ ਅਤੇ ਆਪ ਇਹਦੇ ਵਿੱਚ ਮਾਲਕ ਨੇ, ਵਾਹਿਗੁਰੂ ਨੇ ਵਾਸਾ ਕੀਤਾ। ਪੰਜ ਤੱਤ ਇਹ ਸ੍ਰਿਸ਼ਟੀ ਨੂੰ ਰਚ ਕੇ ਪਰਮਾਤਮਾ ਆਪ ਇਹਦੇ ਵਿੱਚ ਵਾਸਾ ਕਰਦਾ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਮਹਾਰਾਜ ਜੀ ਕਹਿੰਦੇ ਹਰੇਕ ਹਿਰਦੇ ਦੇ ਵਿੱਚ ਵਾਹਿਗੁਰੂ ਹੈ। ਸਾਰਿਆਂ ਦੇ ਹਿਰਦੇ ਵਿੱਚ ਬੈਠਾ, ਨਿਵਾਸ ਕੀਤਾ ਹੋਇਆ ਉਹ ਬੋਲ ਰਿਹਾ ਹੈ। ਉਹਦੇ ਤੋਂ ਬਿਨਾਂ ਹੋਰ ਕੋਈ ਚੇਤਨ ਸੱਤਾ ਦਿੰਦਾ ਹੀ ਨਹੀਂ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ, ਛੋਟੇ ਤੋਂ ਛੋਟੇ ਜੀਵ ਤੋਂ ਲੈ ਕੇ ਵੱਡੇ ਤੋਂ ਵੱਡੇ ਜੀਵ ਤੱਕ ਨੂੰ ਉਹੀ ਚੇਤਨ ਸੱਤਾ ਦੇ ਰਿਹਾ ਹੈ। ਏਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਪੰਜਾਂ ਤੱਤਾਂ ਰੂਪ ਮਿੱਟੀ ਤੋਂ ਨੇ ਸਾਰੇ ਜੀਵ ਬਣਾਏ ਹੈ, ਜੀਵ ਜੰਤ ਪੈਦਾ ਕੀਤੇ ਹੈ। ਤਰ੍ਹਾਂ ਤਰ੍ਹਾਂ ਦੇ ਭਾਂਡੇ ਪਰਮਾਤਮਾ ਨੇ ਸਾਜੇ ਹੈ, ਬਣਾਏ ਹੈ। ਅਸਥਾਵਰ ਅਤੇ ਜੰਗਮ, ਜਿਹੜੇ ਇੱਕ ਥਾਂ 'ਤੇ ਟਿਕੇ ਰਹਿਣ ਵਾਲੇ ਅਸਥਾਵਰ ਕਹਿੰਦੇ ਉਹਨਾਂ ਨੂੰ। ਜੰਗਮ ਜਿਹੜੇ ਤੁਰ ਫਿਰ ਸਕਦੇ ਆ, ਜਿਵੇਂ ਪੰਛੀ ਹੈ, ਮਨੁੱਖ ਹੈ, ਪਸ਼ੂ ਹੈ, ਇਹ ਜੰਗਮ 'ਚ ਆ ਜਾਂਦੇ ਹੈ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਕੀੜੇ ਪਤੰਗੇ, ਹਰੇਕ ਸਰੀਰ ਘਟ ਦੇ ਵਿੱਚ ਵਾਹਿਗੁਰੂ ਆਪ ਸਮਾਇਆ ਹੋਇਆ ਹੈ। ਸੋ ਇਹ ਪੰਜਾਂ ਤੱਤਾਂ ਦਾ ਵਿਸਥਾਰ ਕਰਕੇ ਵਿੱਚ ਵਾਹਿਗੁਰੂ ਨੇ ਆਪ ਆਪਣਾ ਨਿਵਾਸ ਕੀਤਾ ਹੈ, ਘਰ ਕੀਤਾ ਹੈ। ਜਲ ਥਲ ਤਰਵਰ ਪਰਬਤਾਂ, ਜੀ ਅਜੰਤ ਅਗਣਤ ਅਪਾਰਾ। ਭਾਈ ਗੁਰਦਾਸ ਜੀ ਕਹਿੰਦੇ ਵੇਖੋ ਕਿੰਨਾ ਕੁਝ ਪਰਮਾਤਮਾ ਨੇ ਬਣਾਇਆ, ਗਿਣਿਆ ਹੀ ਨਹੀਂ ਜਾ ਸਕਦਾ। ਜਲ, ਉਹਨੇ ਪਾਣੀ ਬਣਾਇਆ, ਸਮੁੰਦਰ, ਥਲ ਇਹ ਖੁਸ਼ਕ ਜ਼ਮੀਨ ਬਣਾ ਦਿੱਤੀ, ਤਰਵਰ ਰੁੱਖ ਬਣਾਏ, ਪਰਬਤਾਂ ਪਹਾੜ ਬਣਾਏ। ਜੀ ਜੰਤ ਅਗਣਤ ਅਪਾਰਾ, ਜੀਵ ਜੰਤੂ ਅਣਗਿਣਤ ਹੀ, ਜਿਨ੍ਹਾਂ ਦਾ ਨਾ ਉਰਾਰ ਨਾ ਪਾਰ, ਕੋਈ ਗਿਣਤੀ ਨਹੀਂ, ਇੰਨੇ ਵਾਹਿਗੁਰੂ ਨੇ ਬਣਾਏ ਹੈ। ਅਥਵਾ ਜਲਾਂ ਵਿੱਚ, ਥਲਾਂ ਵਿੱਚ, ਰੁੱਖਾਂ ਵਿੱਚ ਅਤੇ ਪਹਾੜਾਂ ਦੇ ਵਿੱਚ ਅਣਗਿਣਤ ਹੀ ਜੀਵ ਜੰਤੂ ਪਰਮਾਤਮਾ ਨੇ ਪੈਦਾ ਕੀਤੇ ਹੈ, ਜਿਨ੍ਹਾਂ ਦਾ ਕੋਈ ਉਰਾਰ ਪਾਰ ਨਹੀਂ ਹੈ। 42 ਲੱਖ ਜੀ ਜਲ ਮਹਿ ਹੋਤੇ, ਬੀਠਲ ਪਹਿਲਾ ਕਾਏ ਕਰੋ। 42 ਲੱਖ ਤਾਂ ਪਾਣੀ ਵਿੱਚ ਹੀ ਜੂਨਾਂ ਨੇ, ਬਾਕੀ ਧਰਤੀ 'ਤੇ ਹਵਾ ਵਿੱਚ ਹਨ। ਸੋ ਪਰਮਾਤਮਾ ਨੇ
ਜਲਾਂ ਵਿੱਚ, ਥਲਾਂ ਵਿੱਚ, ਰੁੱਖਾਂ ਵਿੱਚ ਤੇ ਪਹਾੜਾਂ ਵਿੱਚ ਅਣਗਿਣਤ ਹੀ ਜੀਵ ਜੰਤੂ ਰਚੇ ਹੈ, ਬਣਾਏ ਹੈ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ। ਇੱਕ ਵਰ ਭੰਡ ਅਖੰਡ ਹੈ, ਲੱਖ ਵਰ ਭੰਡ ਪਲਕ ਪ੍ਰਕਾਰਾ। ਭਾਈ ਗੁਰਦਾਸ ਜੀ ਕਹਿੰਦੇ ਇੱਕ ਵਰ ਭੰਡ ਅਖੰਡ ਹੈ। ਪਰਮਾਤਮਾ ਜੋ ਹੈ ਨਾ ਉਹ ਇੱਕ ਵਰ ਭੰਡ, ਸ੍ਰੇਸ਼ਟ ਭੰਡ ਆ, ਅਖੰਡ, ਸਦਾ ਕਾਇਮ ਰਹਿਣ ਵਾਲਾ, ਜਿਹਦੇ ਟੁਕੜੇ ਨਹੀਂ ਹੋ ਸਕਦੇ, ਇੱਕ ਰਸ ਹੈ, ਉਹ ਮਹਾਸ਼ਕਤੀ ਪਰਮਾਤਮਾ। ਲੱਖ ਵਰ ਭੰਡ ਪਲਕ ਪ੍ਰਕਾਰਾ, ਲੱਖਾਂ ਬ੍ਰਹਿਮੰਡਾਂ ਦਾ ਪ੍ਰਕਾਰ ਪਰਮਾਤਮਾ ਨੇ ਇੱਕ ਪਲਕ ਵਿੱਚ, ਅੱਖ ਦੇ ਫੋਰ ਦੇ ਵਿੱਚ ਹੀ ਉਹਨੇ ਰਚ ਦਿੱਤਾ ਹੈ। ਲੱਖਾਂ ਬ੍ਰਹਿਮੰਡ ਜਿਹੜੇ ਰਚੇ ਹੈ ਨਾ, ਅੱਖ ਝਮਕਣ ਦਾ ਜਿੰਨਾ ਕੁ ਦੇਰੀ ਲੱਗਦੀ ਹੈ ਨਾ, ਸਮਾਂ ਲੱਗਦਾ ਹੈ, ਇੰਨੇ ਚਿਰ ਵਿੱਚ ਪਰਮਾਤਮਾ ਨੇ ਬਣਾ ਦਿੱਤੇ ਹੈ। ਪਲਕ ਪ੍ਰਕਾਰਾ, ਪਾਠ ਇੱਥੇ ਪ੍ਰਕਾਰਾ ਹੈ ਕਿ ਲੱਖਾਂ ਬ੍ਰਹਿਮੰਡਾਂ ਦੇ ਪ੍ਰਕਾਰ, ਕਿ ਲੱਖਾਂ ਹੀ ਬ੍ਰਹਿਮੰਡ ਜਿਹੜੇ ਹੈ ਉਹ ਇੱਕ ਅੱਖ ਦੇ ਫੋਰ ਵਿੱਚ ਵਾਹਿਗੁਰੂ ਨੇ ਬਣਾ ਦਿੱਤੇ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਇੰਨੀ ਸਮਰੱਥਾ ਹੈ। ਨੇਤਰ ਫੋਰ ਦਾ ਮਤਲਬ ਹੁੰਦਾ ਅੱਖ ਝਮਕਣ ਦੇ ਸਮੇਂ ਵਿੱਚ ਉਹ ਸ੍ਰਿਸ਼ਟੀ ਰਚਣ ਦੀ ਸਮਰੱਥਾ ਰੱਖਦਾ ਹੈ, ਅਤੇ ਅੱਖ ਝਮਕਣ ਦੇ ਸਮੇਂ ਵਿੱਚ ਹੀ ਉਹ ਇਹਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ। ਏਡੀ ਵੱਡੀ ਤਾਕਤ ਦਾ ਮਾਲਕ ਹੈ। ਕੁਦਰਤ ਕੀਮ ਨ ਜਾਣੀਐ, ਕੇਵਡ ਕਾਦਰ ਸਿਰਜਣਹਾਰਾ। ਕੁਦਰਤ ਜਿਹੜੀ ਪਰਮਾਤਮਾ ਨੇ ਰਚੀ ਹੈ, ਜਲ ਥਲ ਪਰਬਤ ਪਹਾੜ, ਧਰਤੀ ਸੂਰਜ ਚੰਦ ਜੀ ਜੰਤ ਜਿੰਨੇ ਵੀ ਨੇ, ਕੁਦਰਤ ਕੀਮ ਨਾ ਜਾਣੀਐ, ਕੁਦਰਤ ਦੀ ਕੀਮਤ ਨਹੀਂ ਜਾਣੀ ਜਾ ਸਕਦੀ। ਕੇਵਡ ਕਾਦਰ ਸਿਰਜਣਹਾਰਾ, ਅਤੇ ਇਸ ਕੁਦਰਤ ਨੂੰ ਸਿਰਜਣ ਵਾਲਾ, ਰਚਣ ਵਾਲਾ ਕਾਦਰ ਕਿੱਡਾ ਕੁ ਵੱਡਾ ਆਖੀਏ, ਨਹੀਂ ਦੱਸਿਆ ਜਾ ਸਕਦਾ। ਜੋ ਪਰਮਾਤਮਾ ਨੇ ਬਣਾਇਆ ਹੈ, ਭਾਈ ਗੁਰਦਾਸ ਜੀ ਕਹਿੰਦੇ ਉਹਦੀ ਕੀਮਤ ਨਹੀਂ ਜਾਣੀ ਜਾ ਸਕਦੀ, ਅਤੇ ਜਿਹੜਾ ਬਣਾਉਣ ਵਾਲਾ ਆਪ ਮਾਲਕ ਵਾਹਿਗੁਰੂ ਹੈ, ਉਹਦੀ ਕੀਮਤ ਨੂੰ ਕੌਣ ਬਿਆਨ ਕਰ ਸਕਦਾ ਹੈ। ਉਹਦੇ ਬਾਰੇ ਤਾਂ ਕੋਈ ਨਹੀਂ ਦੱਸ ਸਕਦਾ, ਏਡਾ ਵੱਡਾ ਹੈ, ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਸੋ ਉਹ ਵੱਡੇ ਤੋਂ ਵੱਡਾ ਹੈ, ਉਹਦੀ ਕੁਦਰਤ ਦਾ ਹੀ ਅੱਜ ਤੱਕ ਅੰਤ ਨਹੀਂ ਪਾਇਆ ਗਿਆ, ਅਤੇ ਮਾਲਕ ਦਾ ਅੰਤ ਕੋਈ ਨਹੀਂ ਪਾ ਸਕਦਾ ਹੈ। ਅੰਤ ਬੇਅੰਤ ਨਾ ਪਾਰਾਵਾਰਾ, ਵਾਹਿਗੁਰੂ ਜੀ ਦਾ ਕੋਈ ਅੰਤ ਨਹੀਂ, ਉਹ ਬੇਅੰਤ ਹੈ, ਉਹਦਾ ਕੋਈ ਉਰਾਰ ਪਾਰ ਨਹੀਂ ਹੈ। ਜਿਵੇਂ ਦਰਿਆ ਦਾ ਉਰਲਾ ਕੰਢਾ ਅਤੇ ਪਰਲਾ ਕੰਢਾ ਹੁੰਦਾ ਨਾ, ਉਰਲਾ ਕਿਨਾਰਾ ਪਰਲਾ ਕਿਨਾਰਾ, ਉਹਦਾ ਕੋਈ ਉਰਾਰ ਪਾਰ ਨਹੀਂ ਹੈ, ਬਸ ਉਹ ਬੇਅੰਤ ਹੈ, ਉਹਨੂੰ ਬੇਅੰਤ ਕਹਿ ਸਕਦੇ ਹਾਂ। ਉਹਦੀ ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਅਗਲੀ ਦੂਸਰੀ ਪੌੜੀ ਵਿੱਚ ਵਾਹਿਗੁਰੂ ਜੀ ਦੀਆਂ ਵਡਿਆਈਆਂ ਕਰ ਰਹੇ ਹੈ ਭਾਈ ਗੁਰਦਾਸ ਜੀ। ਕੇਵਡ ਵੱਡਾ ਆਖੀਐ, ਵੱਡੇ ਦੀ ਵੱਡੀ ਵਡਿਆਈ। ਭਾਈ ਗੁਰਦਾਸ ਜੀ ਕਹਿੰਦੇ ਜੇ ਕੋਈ ਪੁੱਛੇ ਰੱਬ ਨੂੰ ਕਿੱਡਾ ਕੁ ਵੱਡਾ ਆਖੀਏ, ਕੇਵਡ ਵੱਡਾ ਆਖੀਐ, ਤਾਂ ਉਹਨੂੰ ਇਹੀ ਕਹਿਣਾ ਬਣਦਾ ਹੈ ਵੱਡੇ ਦੀ ਵੱਡੀ ਵਡਿਆਈ। ਭਾਈ ਵੱਡਾ ਹੈ ਉਹ ਆਪ, ਉਹਦੀ ਵਡਿਆਈ ਵੱਡੀ ਹੈ, ਵੱਡੇ ਦੀ ਵੱਡੀ ਹੀ ਵਡਿਆਈ ਹੈ, ਉਹਨੂੰ ਬਿਆਨ ਥੋੜ੍ਹੀ ਕੀਤਾ ਜਾ ਸਕਦਾ ਹੈ। ਕਬੀਰ ਸਾਤ ਸਮੁੰਦ ਹੈ ਮਸ ਕਰੋ, ਕਲਮ ਕਰੋ ਬਨ ਰਾਏ, ਵਸੁਦਾ ਕਾਗਦ ਜਾਓ ਕਰੋ, ਹਰ ਜਸ ਲਿਖਣ ਨਾ ਜਾਏ। ਉਹ ਤਾਂ ਏਡਾ ਵੱਡਾ ਹੈ, ਬਾਬਾ ਕਬੀਰ ਸਾਹਿਬ ਜੀ ਕਹਿੰਦੇ 7 ਸਮੁੰਦਰਾਂ ਦੀ ਸਿਆਹੀ ਬਣਾ ਲਵੋ। ਕਲਮ ਕਰੋ ਬਨ ਰਾਏ, ਕਹਿੰਦੇ ਮੈਂ 7 ਸਮੁੰਦਰਾਂ ਦੀ ਸਿਆਹੀ ਬਣਾ ਲਵਾਂ, ਸਾਰੀ ਬਨਸਪਤੀ ਨੂੰ ਘੜ ਕੇ ਉਹਦੀਆਂ ਕਲਮਾਂ ਬਣਾ ਲਵਾਂ। ਵਸੁਦਾ ਕਾਗਦ ਜਾਓ ਕਰੋ,
ਤੇ ਧਰਤੀ ਜਿਹੜੀ ਹੈ ਨਾ ਸਾਰੀ, ਇਹਨੂੰ ਐਡਾ ਵੱਡਾ ਕਾਗਜ਼ ਬਣਾ ਲਵਾਂ, ਹਰ ਜਸ ਲਿਖਣ ਨਾ ਜਾਏ। ਉਹ ਐਡਾ ਵੱਡਾ ਹੈ, ਫਿਰ ਵੀ ਉਹਦਾ ਜਸ ਲਿਖਿਆ ਨਹੀਂ ਜਾ ਸਕਦਾ, ਉਹਦੀਆਂ ਸਿਫਤਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋਈ ਪੁੱਛੇ ਕਿੱਡਾ ਵੱਡਾ ਆਖੀਏ ਤਾਂ ਉਹਨੂੰ ਇਹੀ ਕਹੋ ਕਿ ਉਹ ਵੱਡਾ ਹੈ, ਵੱਡੇ ਦੀ ਵਡਿਆਈ ਵੱਡੀ ਹੈ। ਵੱਡੀ ਹੂੰ ਵੱਡਾ ਵਖਾਣੀਐ, ਸੁਣ ਸੁਣ ਆਖਣ ਆਖ ਸੁਣਾਈ। ਵੱਡੀ ਹੂੰ ਵੱਡਾ ਵਖਾਣੀਐ, ਇੱਥੇ ਪਾਠ ਵਖਾਣੀਐ ਹੈ। ਉਹ ਆਪ ਵੱਡਾ ਹੈ ਅਤੇ ਉਹਦੀ ਜੋ ਵਡਿਆਈ ਹੈ ਉਹ ਵੀ ਵੱਡੀ ਹੈ, ਅਤੇ ਜਿਹੜੀ ਉਹਦੀ ਵਡਿਆਈ ਹੋ ਰਹੀ ਉਹ ਵਡਿਆਈ ਤੋਂ ਵੀ ਵੱਡਾ ਹੈ। ਵੱਡੀ ਹੂੰ ਵੱਡਾ ਵਖਾਣੀਐ, ਉਹਦੀ ਹੁੰਦੀ ਹੋਈ ਵਡਿਆਈ ਤੋਂ ਵੀ ਵੱਡਾ ਉਸ ਨੂੰ ਕਥਨ ਕੀਤਾ ਜਾਂਦਾ ਹੈ। ਸੁਣ ਸੁਣ ਆਖਣ ਆਖ ਸੁਣਾਈ, ਅਤੇ ਇੱਕ ਦੂਜੇ ਤੋਂ ਸੁਣ ਸੁਣ ਕੇ ਅਖਾਣਾਂ ਨੂੰ ਆਖ ਆਖ ਕੇ ਲੋਕ ਸੁਣਾਉਂਦੇ ਹੈ। ਕਿਸੇ ਤੋਂ ਪੜ੍ਹਿਆ ਜਾਂ ਸੁਣਿਆ ਤਾਂ ਉਹਨਾਂ ਤੋਂ ਅਖਾਣ ਸੁਣ ਸੁਣ ਕੇ ਨਾ, ਕਥਾ ਵਖਿਆਨ ਅੱਗੇ ਲੋਕ ਆਖੀ ਜਾਂਦੇ ਹੈ, ਵਾਹਿਗੁਰੂ ਪਰਮਾਤਮਾ ਵੱਡਾ ਹੈ ਵੱਡਾ ਹੈ, ਪਰ ਵੇਖਿਆ ਕਿਸੇ ਨੇ ਕਿੱਡਾ ਕੁ ਵੱਡਾ ਹੈ। ਰੋਮ ਰੋਮ ਵਿੱਚ ਰੱਖਿਓਨ, ਕਰਵਰ ਭੰਡ ਕਰੋੜ ਸਮਾਈ। ਪਰਮਾਤਮਾ ਏਡਾ ਵੱਡਾ ਹੈ, ਉਹਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਹੀ ਬ੍ਰਹਿਮੰਡ ਸਮਾਏ ਹੋਏ ਹੈ। ਰੋਮ ਰੋਮ ਵਿੱਚ ਰੱਖਿਓਨ, ਕਰੋੜਾਂ ਬ੍ਰਹਿਮੰਡਾਂ ਦੀ ਸਮਾਈ ਕਰਕੇ ਉਹਨੇ ਇੱਕ ਇੱਕ ਰੋਮ ਵਿੱਚ ਰੱਖੀ ਹੋਈ ਹੈ। ਇੱਕ ਬ੍ਰਹਿਮੰਡ ਹੀ ਐਡਾ ਵੱਡਾ ਹੈ ਵੀ ਬੰਦਾ ਇਹਦਾ ਹੀ ਅੰਤ ਨਹੀਂ ਜਾਣ ਸਕਦਾ। ਮਾਲਕ ਇੰਨਾ ਵੱਡਾ, ਉਹਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਸਮਾਏ ਹੋਏ ਹੈ, ਅਤੇ ਰੋਮਾਂ ਦੀ ਕੋਈ ਗਿਣਤੀ ਨਹੀਂ, ਅਤੇ ਬ੍ਰਹਿਮੰਡਾਂ ਦੀ ਕਿੱਥੇ ਗਿਣਤੀ ਹੋਵੇਗੀ, ਅਤੇ ਰੱਬ ਦੀ ਗਿਣਤੀ ਕੌਣ ਕਰ ਸਕਦਾ ਹੈ, ਇੰਨਾ ਉਹ ਵੱਡਾ ਹੈ। ਇੱਕ ਕਵਾਓ ਪਸਾਓ ਜਿਸ, ਤੋਲ ਅਤੋਲ ਨਾ ਤੁਲ ਤੁਲਾਈ। ਭਾਈ ਗੁਰਦਾਸ ਜੀ ਕਹਿੰਦੇ, ਜਿਸ ਮਾਲਕ ਪ੍ਰਭੂ ਦਾ ਇਹ ਸਾਰਾ ਪਸਾਰਾ ਇੱਕ ਬੋਲ ਦੇ ਨਾਲ ਹੋਇਆ ਹੈ। ਇੱਕ ਕਵਾਓ ਪਸਾਓ ਜਿਸ, ਇਹ ਜਿੰਨਾ ਵੀ ਅਸੀਂ ਪਸਾਰਾ ਵੇਖਦੇ ਹਾਂ, ਪਰਮਾਤਮਾ ਦੇ ਇੱਕ ਵਾਕ ਦਾ ਇਹ ਸਾਰਾ ਪਸਾਰਾ ਹੈ। ਤੋਲ ਅਤੋਲ ਨਾ ਤੁਲ ਤੁਲਾਈ, ਤੋਲਣ ਤੋਂ ਉਹ ਅਤੋਲ ਹੈ, ਨਾ ਤੁਲ ਤੁਲਾਈ, ਅਤੇ ਕਿਸੇ ਤੱਕੜੀ ਦੇ ਵਿੱਚ ਪਾ ਕੇ ਉਹਨੂੰ ਤੋਲਿਆ ਨਹੀਂ ਜਾ ਸਕਦਾ, ਏਡਾ ਵੱਡਾ ਹੈ। ਬੁੱਧੀ ਰੂਪ ਤੱਕੜੀ ਦੇ ਵਿੱਚ ਪਾ ਕੇ ਵੀ, ਵਿਚਾਰ ਦੇ ਵੱਟੇ ਪਾ ਕੇ ਵੀ ਉਸ ਨੂੰ ਨਹੀਂ ਤੋਲਿਆ ਜਾ ਸਕਦਾ। ਬੰਦਾ ਆਪਣੀ ਜਿੰਨੀ ਸਿਆਣਪ ਹੈ ਸਾਰੀ ਲਾ ਲਵੇ, ਫਿਰ ਵੀ ਉਹਨੂੰ ਤੋਲਿਆ ਨਹੀਂ ਜਾ ਸਕਦਾ ਹੈ, ਉਹ ਏਡਾ ਵੱਡਾ ਹੈ। ਵੇਦ ਕਤੇਬਹੁ ਬਾਹਰਾ, ਅਕਥ ਕਹਾਣੀ ਕਥੀ ਨਾ ਜਾਈ। ਪਰਮਾਤਮਾ ਵੇਦਾਂ ਕਤੇਬਾਂ ਤੋਂ ਬਾਹਰਾ ਹੈ। ਵੇਦ ਕਤੇਬ ਭਾਵੇਂ ਉਹਦੀਆਂ ਗੱਲਾਂ ਕਰਦੇ ਹੈ, ਪਰ ਉਹਨੂੰ ਪੂਰਨ ਰੂਪ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਅਤੇ ਜੇ ਇਹਨਾਂ ਨੇ ਪੂਰਨ ਰੂਪ ਵਿੱਚ ਬਿਆਨ ਕਰਤਾ, ਫਿਰ ਤਾਂ ਪਰਮਾਤਮਾ ਉਹਦਾ ਹੱਦ ਬੰਨਾ ਆ ਗਿਆ, ਉਹ ਤਾਂ ਵੇਦਾਂ ਕਤੇਬਾਂ ਦੇ ਵਿੱਚ ਕੈਦ ਹੋ ਗਿਆ। ਪਰ ਉਹ ਵੇਦ ਕਤੇਬ ਤੋਂ ਬਾਹਰਾ ਹੈ, ਉਹਦੀ ਕਥਾ ਅਕਥ ਹੈ। ਅਕਥ ਕਹਾਣੀ ਕਥੀ ਨਾ ਜਾਈ, ਉਹਦੀ ਕਹਾਣੀ ਉਹਦੀ ਕਥਾ ਅਕਥ ਹੈ, ਔਰ ਕਿਸੇ ਤੋਂ ਵੀ ਕਥਨ ਨਹੀਂ ਕੀਤੀ ਜਾ ਸਕਦੀ। ਵੇਦ ਕਤੇਬ ਸੰਸਾਰ ਹੱਬਾਹੂੰ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ। ਮਹਾਰਾਜ ਕਹਿੰਦੇ ਉਹ ਵੇਦਾਂ ਕਤੇਬਾਂ ਤੋਂ ਬਾਹਰਾ ਹੈ। ਗਿਆਨ ਇੰਦਰੀਆਂ ਕਰਮ ਇੰਦਰੀਆਂ ਦਾ ਉਹ ਵਿਸ਼ਾ ਨਹੀਂ, ਇਹਦੇ ਤੋਂ ਪਰੇ ਹੈ।
ਸੰਸਾਰ ਤੋਂ ਪਰੇ ਹੈ, ਵਸਦਾ ਸਾਰਿਆਂ ਵਿੱਚ ਹੈ, ਪਰ ਉਹ ਕਿਸੇ ਹੱਦ ਬੰਨੇ ਦੇ ਵਿੱਚ ਨਹੀਂ ਹੈ। ਐਸਾ ਹੈ ਪਰਮਾਤਮਾ। ਅਵਗਤ ਗਤ ਕਿਵ ਅਲਖ ਲਖਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਅਵਗਤ ਦੀ ਗਤ ਜਿਹੜਾ ਅਲਖ ਹੈ ਕਿਵੇਂ ਜਾਣੀ ਜਾ ਸਕਦੀ ਹੈ। ਉਹਦੀ ਅਵਸਥਾ, ਉਹਦੀ ਹਾਲਤ ਕਿਸੇ ਤਰ੍ਹਾਂ ਵੀ ਜਾਣੀ ਨਹੀਂ ਜਾ ਸਕਦੀ। ਪਰਮਾਤਮਾ ਐਸਾ ਹੈ। ਤੀਸਰੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਜੋ ਪਰਮਾਤਮਾ ਨੇ ਬਣਾਇਆ ਹੈ, ਜੋ ਅਮੋਲਕ ਦਾਤਾਂ ਦਿੱਤੀਆਂ ਹਨ ਅਤੇ ਜਿਹੜੀ ਕਾਰੀਗਰੀ ਪਰਮਾਤਮਾ ਨੇ ਕੀਤੀ ਹੈ ਉਹਦਾ ਜ਼ਿਕਰ ਕਰ ਰਹੇ ਨੇ। ਰੱਬ ਵਰਗਾ ਕੋਈ ਕਾਰੀਗਰ ਨਹੀਂ। ਜਿਉ ਪਾਏ ਤਨ ਸਾਜਿਆ, ਮੋਹ ਅੱਖੀ ਨਕ ਕੰਨ ਸਵਾਰੇ। ਪਰਮਾਤਮਾ ਨੇ ਆ ਜਿਹੜਾ ਸਾਡਾ ਸਰੀਰ ਹੈ ਇਹਨੂੰ ਸਾਜਿਆ ਹੈ, ਬਣਾਇਆ ਹੈ। ਇਕੱਲਾ ਸਰੀਰ ਹੀ ਨਹੀਂ ਬਣਾਇਆ, ਜਿਉ ਪਾਏ, ਇਹਦੇ ਵਿੱਚ ਉਹਨੇ ਜਿੰਦ ਪਾਈ ਹੈ, ਜਾਨ ਪਾਈ ਹੈ। ਜੀਵਾਤਮਾ ਨੂੰ ਇਸ ਸਰੀਰ ਦੇ ਵਿੱਚ ਪਰਮਾਤਮਾ ਨੇ ਟਿਕਾਇਆ ਹੈ। ਜਿਉ ਪਾਏ ਤਨ ਸਾਜਿਆ, ਮੋਹ ਅੱਖੀ ਨਕ ਕੰਨ ਸਵਾਰੇ। ਅਤੇ ਫਿਰ ਵੇਖੋ ਇਸ ਮਨੁੱਖੀ ਸਰੀਰ ਦੇ ਵਿੱਚ ਪਰਮਾਤਮਾ ਨੇ ਕਿੰਨੀ ਸੋਹਣੀ ਕਾਰੀਗਰੀ ਰਚਨਾ ਕੀਤੀ ਹੈ। ਮੂੰਹ, ਅੱਖਾਂ, ਨੱਕ ਅਤੇ ਕੰਨ ਇਹ ਸਵਾਰ ਦਿੱਤੇ, ਬਣਾ ਦਿੱਤੇ। ਇਕੱਲਾ ਸਰੀਰ ਦਾ ਢਾਂਚਾ ਨਹੀਂ ਬਣਾਇਆ, ਮੂੰਹ, ਅੱਖਾਂ, ਨੱਕ, ਕੰਨ ਇਹ ਸਵਾਰੇ ਹੈ, ਵਾਹਿਗੁਰੂ ਨੇ ਬਣਾਏ ਹੈ। ਹੱਥ ਪੈਰ ਦੇ ਦਾਤ ਕਰ, ਸ਼ਬਦ ਸੁਰਤ ਸੁਭ ਦਿਸ਼ਟ ਦੁਆਰੇ। ਹੱਥ ਪੈਰ ਇਤਿਆਦਿਕ ਦੇ ਕੇ ਉਹਨੇ ਦਾਤਾਂ ਦਿੱਤੀਆਂ ਨੇ। ਹੱਥ ਦਿੱਤੇ ਹੈ, ਪੈਰ ਦਿੱਤੇ ਹੈ, ਔਰ ਇਹ ਦਾਤ ਪਰਮਾਤਮਾ ਨੇ ਕੀਤੀ ਹੈ। ਸ਼ਬਦ ਸੁਰਤ, ਸ਼ਬਦ ਨੂੰ ਸੁਣਨ ਵਾਸਤੇ ਉਸਨੇ ਕੰਨ ਦਿੱਤੇ ਹੈ। ਕੰਨਾਂ ਦੇ ਵਿੱਚ ਉਹਨੇ ਚੇਤਨ ਸੱਤਾ ਟਿਕਾਈ ਹੈ, ਉਹ ਸ਼ਕਤੀ ਜਿਹੜੀ ਸ਼ਬਦ ਨੂੰ ਸੁਣ ਲਵੇ। ਸ਼ੁਭ ਦਿਸ਼ਟ ਦੁਆਰੇ, ਅਤੇ ਸ਼ੁਭ ਚੰਗਾ ਵੇਖਣ ਦੇ ਵਾਸਤੇ ਪਰਮਾਤਮਾ ਨੇ ਇਹ ਅੱਖਾਂ ਦੇ ਦੁਆਰ, ਅੱਖਾਂ ਦੇ ਦਰ ਦਿੱਤੇ, ਭਾਵੇਂ ਅੱਖਾਂ ਦਿੱਤੀਆਂ ਨੇ। ਸੋ ਭਲੀ ਪ੍ਰਕਾਰ ਜਿਹੜੀਆਂ ਸਾਰੇ ਸੰਸਾਰ ਨੂੰ ਵੇਖਦੀਆਂ ਹਨ, ਇਹ ਵੇਖਣ ਵਾਸਤੇ ਦਿੱਤੀਆਂ ਨੇ ਪਰਮਾਤਮਾ ਨੇ। ਕਿਰਤ ਵਿਰਤ ਪਰ ਕਿਰਤ ਬਹੁ, ਸਾਸ ਗਿਰਾਸ ਨਿਵਾਸ ਸੰਜਾਰੇ। ਵੱਡੀ ਮਿਹਰ ਕੀਤੀ ਪਰਮਾਤਮਾ ਨੇ। ਕਿਰਤ ਵਿਰਤ, ਵਿਰਤ ਕਹਿੰਦੇ ਉਪਜੀਵਕਾ ਨੂੰ, ਕਮਾਈ ਕਰਨੀ। ਉਪਜੀਵਕਾ ਦੀ ਕਿਰਿਆ ਕਰਨ ਵਾਸਤੇ ਇਹ ਸਰੀਰ, ਸਾਰੇ ਹੱਥ ਪੈਰ ਪਰਮਾਤਮਾ ਨੇ ਦਿੱਤੇ ਹੈ। ਪਰ ਕਿਰਤ ਬਹੁ, ਪਰ ਕਿਰਤ ਕਹਿੰਦੇ ਹੋਰਾਂ ਦੀ ਸੇਵਾ ਜੋ ਬਹੁਤੀ ਕਰਨੀ ਹੈ, ਇਹਦੇ ਵਾਸਤੇ ਪਰਮਾਤਮਾ ਨੇ ਚੇਤਨ ਸੱਤਾ ਬਲ ਬਖਸ਼ਿਆ ਹੈ। ਸਾਸ ਗਿਰਾਸ ਨਿਵਾਸ ਸੰਜਾਰੇ, ਅਤੇ ਪਰਮਾਤਮਾ ਨੇ ਕਿਰਪਾ ਕਰਕੇ ਸਵਾਸ ਅਤੇ ਗਿਰਾਸ, ਜੋ ਆਪਾਂ ਮੂੰਹ ਵਿੱਚ ਬੁਰਕੀ ਪਾਉਂਦੇ ਹਾਂ, ਰੋਟੀ ਭੋਜਨ ਚਿੱਥ ਕੇ ਖਾਂਦੇ ਹਾਂ, ਅੰਦਰ ਲੰਘਾਉਂਦੇ ਹਾਂ, ਬਲ ਮਿਲਦਾ ਹੈ। ਸਵਾਸ ਗਿਰਾਸ ਦਾ ਨਿਵਾਸ ਚੰਗੀ ਤਰ੍ਹਾਂ ਇਸ ਸਰੀਰ ਵਿੱਚ ਪਰਮਾਤਮਾ ਨੇ ਪਾਇਆ ਹੈ। ਸਾਹਾਂ ਦੇ ਨਾਲ ਹੀ ਇਹ ਸਰੀਰ ਚੱਲਦਾ ਹੈ। ਫਿਰ ਬੰਦਾ ਭੋਜਨ ਖਾਂਦਾ, ਬੁਰਕੀ ਮੂੰਹ ਵਿੱਚ ਪਾਉਂਦਾ ਹੈ, ਉਹਦਾ ਸਰੀਰ ਦੇ ਵਿੱਚ ਵਾਸਾ ਹੁੰਦਾ ਹੈ, ਤਾਕਤ ਮਿਲਦੀ, ਬਲ ਮਿਲਦਾ ਹੈ। ਸੋ ਇਹ ਸਾਰਾ ਕੁਝ ਹੀ ਪਰਮਾਤਮਾ ਨੇ ਇਹ ਸਾਰੀਆਂ ਦਾਤਾਂ ਦਿੱਤੀਆਂ ਹੈ। ਉਪਜੀਵਕਾ ਕਰਨ ਵਾਸਤੇ, ਕਿਰਿਆ ਕਰਨ ਲਈ ਸਰੀਰ ਵਿੱਚ ਬਲ ਦਿੱਤਾ, ਹੱਥ ਪੈਰ ਦਿੱਤੇ, ਸਵਾਸ ਗਿਰਾਸ ਇਹ ਦਿੱਤੇ, ਸਾਰਾ ਕੁਝ ਚੰਗੀ ਤਰ੍ਹਾਂ ਸੰਜਾਰੇ ਦਾ ਅਰਥ ਇਹਦੇ ਵਿੱਚ ਪਾਇਆ ਸਰੀਰ ਵਿੱਚ। ਰਾਗ ਰੰਗ ਰਸ ਪਰਸ ਦੇ, ਗੰਧ ਸੁਗੰਧ ਸੰਧ ਪ੍ਰਕਾਰੇ।
ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਵੇਖੋ ਪਰਮਾਤਮਾ ਨੇ ਰਾਗ ਰੰਗ ਰਸ ਪਰਸ ਦੇ, ਰਾਗ ਨੂੰ ਸੁਣਨਾ ਕੰਨਾਂ ਦੇ ਰਾਹੀਂ ਇਹ ਦਾਤ ਦਿੱਤੀ ਹੈ। ਰਾਗ ਦਾ ਰੰਗ ਦਾ ਅਰਥ ਆਨੰਦ ਮਾਣਨਾ, ਇਹ ਵੀ ਉਹਨੇ ਬਲ ਬਖਸ਼ਿਆ ਹੈ, ਜੋ ਕੀਰਤਨ ਦਾ ਅਸੀਂ ਆਨੰਦ ਮਾਣਦੇ ਹਾਂ। ਔਰ ਇਸੇ ਤਰ੍ਹਾਂ ਪਦਾਰਥਾਂ ਦੇ ਰਸ ਨੂੰ ਮਾਨਣਾ, ਜ਼ੁਬਾਨ ਇੰਦਰੇ ਦੇ ਵਿੱਚ ਉਹਨੇ ਉਹ ਬਲ ਰੱਖਿਆ ਹੈ ਜੋ ਪਦਾਰਥਾਂ ਦੇ ਰਸ ਨੂੰ ਦੱਸਦੀ ਹੈ, ਪਰਸ ਦੇ। ਔਰ ਇਸੇ ਤਰ੍ਹਾਂ ਸਪਰਸ਼ ਦਾ ਬਲ ਵੀ ਉਹਨੇ ਦਿੱਤਾ ਹੈ। ਜਦੋਂ ਕੋਈ ਸਾਨੂੰ ਹੱਥ ਲਾਉਂਦਾ ਸਾਨੂੰ ਪਤਾ ਲੱਗ ਜਾਂਦਾ। ਅਤੇ ਜਿਹੜਾ ਸਰੀਰ ਦਾ ਅੰਗ ਜੇ ਮਰਿਆ ਹੋਵੇ ਉਹਨੂੰ ਕੋਈ ਹੱਥ ਲਾਵੇ ਉਹ ਪਤਾ ਹੀ ਨਹੀਂ ਲੱਗਦਾ ਵੀ ਕਿਸੇ ਨੇ ਟੱਚ ਕੀਤਾ ਹੈ। ਸੋ ਇਹ ਦਾਤਾਂ, ਇਹ ਬਲ ਪਰਮਾਤਮਾ ਨੇ ਬਖਸ਼ੇ ਹੈ। ਰਾਗ ਰੰਗ ਰਸ ਪਰਸ ਦੇ, ਗੰਧ ਸੁਗੰਧ ਸੰਧ ਪ੍ਰਕਾਰੇ। ਔਰ ਇਸੇ ਤਰ੍ਹਾਂ ਗੰਧ ਸੁਗੰਧ, ਗੰਧਾਂ ਦੇ ਵਿੱਚੋਂ ਸ੍ਰੇਸ਼ਟ ਜਿਹੜੀ ਸੁਗੰਧ ਹੈ, ਅਥਵਾ ਗੰਧਾਂ ਅਤੇ ਸੁਗੰਧਾਂ ਜਿਹੜੀਆਂ ਨੇ, ਇਹਨਾਂ ਨੂੰ ਮੇਲਣ ਦੀ ਵਿਧੀ ਪਰਮਾਤਮਾ ਨੇ ਦਿੱਤੀ ਹੈ ਬੰਦੇ ਨੂੰ, ਵੀ ਕਿਹੜੀਆਂ ਕਿਹੜੀਆਂ ਗੰਧੀਆਂ ਸੁਗੰਧੀਆਂ ਨੂੰ ਮਿਲਾ ਕਰਕੇ ਅਤੇ ਹੋਰ ਜ਼ਿਆਦਾ ਖੁਸ਼ਬੂ ਪੈਦਾ ਕੀਤੀ ਜਾ ਸਕਦੀ ਹੈ। ਸੋ ਪਰਮਾਤਮਾ ਨੇ ਅਨੇਕ ਪ੍ਰਕਾਰ ਦੀ ਜੋ ਗੰਧ ਸੁਗੰਧੀ ਹੈ ਨਾ, ਉਹਨੂੰ ਮੇਲਣ ਦੀ ਵਿਧੀ ਦਿੱਤੀ ਹੈ। ਇਹ ਮਾਲਕ ਨੇ ਬਲ ਦਿੱਤਾ ਹੈ। ਸਾਧਨ ਭੋਜਨ ਬੁੱਧ ਬਲ, ਟੇਕ ਵਿਵੇਕ ਵਿਚਾਰ ਵਿਚਾਰੇ। ਸਾਧਨ, ਵਾਹਿਗੁਰੂ ਜੀ ਨੇ ਤਨ ਢੱਕਣ ਵਾਸਤੇ ਬਸਤਰ ਦਿੱਤੇ ਹੈ, ਭੋਜਨ ਦਿੱਤਾ ਹੈ, ਬੁੱਧ ਬਲ ਅਤੇ ਬੁੱਧੀ ਦਾ ਬਲ ਦਿੱਤਾ ਹੈ, ਦਿਮਾਗੀ ਤਾਕਤ। ਅਤੇ ਬੁੱਧੀ ਦੇ ਬਲ ਕਰਕੇ ਹੀ ਬੰਦਾ ਅੱਜ ਵੇਖੋ ਕਿੰਨੀ ਤਰੱਕੀ ਕਰ ਗਿਆ। ਜੇ ਉਹ ਇਹਨੂੰ ਸਿਆਣਪ ਹੀ ਨਾ ਦਿੰਦਾ, ਸਭ ਤੋਂ ਉੱਤਮ ਹੈ ਨਾ ਮਨੁੱਖ, ਇਹ ਬੁੱਧੀ ਦਾ ਬਲ ਹੀ ਹੈ। ਬੰਦਾ ਅੱਜ ਹਵਾ ਵਿੱਚ ਉੱਡਦਾ ਹੈ, ਹਵਾਈ ਜਹਾਜ਼ ਵਿੱਚ ਸਫ਼ਰ ਕਰਦਾ ਹੈ। ਪੰਛੀ ਨੇ ਕਿਉਂ ਨਾ ਜਹਾਜ਼ ਬਣਾ ਲਿਆ, ਹੈ ਤਾਂ ਉਹ ਵੀ ਜੂਨ। ਪਸ਼ੂ ਸਰਕਸ ਵਿੱਚ ਨੱਚਦੇ ਪਏ ਹੈ, ਪਸ਼ੂ ਕਿਉਂ ਨਹੀਂ ਜਹਾਜ਼ ਬਣਾ ਕੇ ਹਵਾ ਵਿੱਚ ਉੱਡ ਗਏ? ਕਿਉਂਕਿ ਜਿਹੜੀ ਵਡਿਆਈ, ਜਿਹੜਾ ਮਾਣ ਬੰਦੇ ਨੂੰ ਵਾਹਿਗੁਰੂ ਨੇ ਦਿੱਤਾ, ਉਹ ਪਸ਼ੂਆਂ ਨੂੰ ਨਹੀਂ ਦਿੱਤਾ। ਬੁੱਧੀ ਦਾ ਬਲ ਹੈ, ਅਤੇ ਬੁੱਧੀ ਦੇ ਬਲ ਕਰਕੇ ਬੰਦੇ ਨੇ ਬਹੁਤ ਕੁਝ ਸੰਸਾਰ ਦੇ ਸਾਹਮਣੇ ਕੀਤਾ, ਪ੍ਰਗਟ ਹੈ। ਸੋ ਮਾਲਕ ਨੇ ਹੀ ਇਹ ਬੁੱਧੀ ਦਾ ਬਲ ਦਿੱਤਾ ਹੈ। ਜੇ ਉਹ ਇਹ ਬਲ ਨਾ ਬਖਸ਼ਦਾ ਤਾਂ ਬੰਦਾ ਪਸ਼ੂਆਂ ਵਰਗੀ ਜ਼ਿੰਦਗੀ ਜਿਉਂਦਾ। ਹਾਲਾਂਕਿ ਕਈ ਐਸੇ ਮਨੁੱਖ ਨੇ ਪਸ਼ੂਆਂ ਵਰਗੀ ਜ਼ਿੰਦਗੀ ਉਹ ਜਿਉਂਦੇ ਹੈ, ਪਰ ਬਹੁਤੇ ਪਸ਼ੂਆਂ ਤੋਂ ਉੱਤਮ ਹਨ, ਕਿਉਂਕਿ ਬੁੱਧੀ ਬਲ ਹੈ ਇਹਦੇ ਕੋਲ। ਸਾਧਨ ਭੋਜਨ ਬੁੱਧ ਬਲ, ਟੇਕ ਵਿਵੇਕ ਵਿਚਾਰ ਵਿਚਾਰੇ। ਅਤੇ ਮੁਕਤ ਹੋਣ ਵਾਸਤੇ, ਮੋਕਸ਼ ਲਈ ਬੰਦਾ ਸ੍ਰੇਸ਼ਟ ਵਿਚਾਰ ਵਿਚਾਰਦਾ ਹੈ, ਵਿਚਾਰ ਕਰਦਾ ਹੈ, ਅਤੇ ਉਸ ਵਿਵੇਕ ਦਾ, ਗਿਆਨ ਦਾ ਇਹ ਟੇਕ ਆਸਰਾ ਲੈਂਦਾ ਹੈ। ਮਨੁੱਖ ਨੂੰ ਗਿਆਨ ਦਾ ਆਸਰਾ ਹੈ, ਸੋਝੀ ਹੈ, ਸਮਝ ਹੈ, ਔਰ ਮੁਕਤ ਹੋਣ ਵਾਸਤੇ ਚੰਗੀਆਂ ਵਿਚਾਰਾਂ ਕਰਦਾ ਹੈ। ਅਥਵਾ ਕਾਰ ਵਿਹਾਰ ਜਿਹੜੇ ਨੇ ਉਹਨਾਂ ਦੀ ਵਿਚਾਰ ਦੇ ਵਿੱਚ ਪ੍ਰਵਿਰਤ ਹੋਇਆ ਗਿਆਨ ਦਾ ਆਸਰਾ ਲੈਂਦਾ ਹੈ। ਦਾਨੇ ਕੀਮਤ ਨਾ ਪਵੈ, ਬੇਸੁਮਾਰ ਦਾਤਾਰ ਪਿਆਰੇ। ਵਾਹਿਗੁਰੂ ਨੇ ਜਿਹੜੀਆਂ ਦਾਤਾਂ ਦਿੱਤੀਆਂ ਹਨ ਉਹਦੀ ਕੀਮਤ ਨਹੀਂ ਪੈ ਸਕਦੀ। ਦਾਨੇ ਦਾ ਅਰਥ ਹੈ ਜਿਹੜੀਆਂ ਦਾਤਾਂ ਦਿੱਤੀਆਂ ਨੇ, ਕੀਮਤ ਨਾ ਪਵੇ, ਉਹਨਾਂ ਦੀ ਕੋਈ ਕੀਮਤ ਨਹੀਂ ਪੈ ਸਕਦੀ। ਅੱਖਾਂ ਦੀ, ਇਹ ਸਰੀਰ ਦੀ, ਹੱਥਾਂ ਪੈਰਾਂ ਦੀ ਕੋਈ ਕੀਮਤ ਨਹੀਂ ਹੈ। ਇਹ ਅਮੋਲਕ ਹਨ ਜਿਹੜੀਆਂ ਦਾਤਾਂ ਮਾਲਕ ਨੇ ਦਿੱਤੀਆਂ ਨੇ। ਬੁੱਧੀ ਦੇ ਬਲ ਦੀ ਕੀ ਕੀਮਤ ਹੈ ਦੱਸੋ? ਪਰਮਾਤਮਾ ਨੇ ਜਿਹੜੀ ਸਿਆਣਪ ਦਿੱਤੀ ਹੈ, ਬੁੱਧੀ ਦਾ ਬਲ ਹੈ, ਕੋਈ ਕੀਮਤ ਨਹੀਂ ਇਸ ਦੀ, ਨਾ ਇਹਨੂੰ ਖਰੀਦਿਆ ਜਾ ਸਕਦਾ ਹੈ। ਸੋ ਮਾਲਕ ਦੀਆਂ ਦਿੱਤੀਆਂ ਦਾਤਾਂ ਦੀ ਕੀਮਤ ਨਹੀਂ ਪੈ ਸਕਦੀ।
ਬੇਸ਼ੁਮਾਰ ਦਾਤਾਰ ਪਿਆਰੇ। ਭਾਈ ਗੁਰਦਾਸ ਜੀ ਕਹਿੰਦੇ ਪਿਆਰਾ ਦਾਤਾ, ਦਾਤਾਂ ਦੇਣ ਵਾਲਾ ਉਹ ਬੇਸ਼ੁਮਾਰ ਹੈ, ਗਿਣਤੀ ਤੋਂ ਰਹਿਤ ਹੈ। ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਜਦੋਂ ਦਾਤਾਂ ਦੀ ਕੀਮਤ ਨਹੀਂ ਪੈ ਸਕਦੀ ਤੇ ਮਾਲਕ ਦੀ ਕੀਮਤ ਕੌਣ ਪਾ ਸਕਦਾ ਹੈ। ਆਪਾਂ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਹੇ ਪ੍ਰਭੂ, ਤੇਰੀਆਂ ਦਾਤਾਂ ਦੀ ਕੀਮਤ ਨਹੀਂ ਪੈ ਸਕਦੀ ਤੇ ਤੇਰੇ ਦਾਤੇ ਦੀ ਗਿਣਤੀ ਤਾਂ ਕਿਹਨੇ ਕਰ ਲੈਣੀ ਹੈ? ਕੋਈ ਨਹੀਂ ਕਰ ਸਕਦਾ। ਲੇਖ ਅਲੇਖ ਅਸੰਖ ਅਪਾਰੇ। ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਹੈ, ਪਰਮਾਤਮਾ ਲੇਖ ਅਲੇਖ, ਉਹ ਲੇਖੇ ਤੋਂ ਅਲੇਖ ਹੈ, ਲਿਖਿਆ ਨਹੀਂ ਜਾ ਸਕਦਾ। ਅਸੰਖ ਅਪਾਰੇ, ਅਣਗਿਣਤ ਹੈ। ਅਪਾਰੇ, ਉਹ ਆਰ ਪਾਰ ਤੋਂ ਰਹਿਤ ਹੈ, ਉਰਲਾ ਪਰਲਾ ਉਹਦਾ ਕੋਈ ਵੀ ਕਿਨਾਰਾ ਨਹੀਂ ਹੈ ਪਰਮਾਤਮਾ ਦਾ। ਚੌਥੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਹੁਣ ਸਾਨੂੰ ਦੱਸਦੇ ਹੈ, ਪਰਮਾਤਮਾ ਉਹ ਆਪ ਲੇਖੇ ਤੋਂ ਬਾਹਰ ਹੈ। ਬਾਕੀ ਜੋ ਕੁਝ ਉਹਨੇ ਬਣਾਇਆ ਉਹ ਲੇਖੇ ਵਿੱਚ ਹੈ, ਉਸ ਦੇ ਲੇਖੇ ਵਿੱਚ। ਬੰਦਾ ਤਾਂ ਉਹਦਾ ਵੀ ਲੇਖਾ ਨਹੀਂ ਜਾਣ ਸਕਦਾ ਜੋ ਉਹਨੇ ਬਣਾਇਆ, ਪਰ ਮਾਲਕ ਦੇ ਲੇਖੇ ਵਿੱਚ ਹੈ ਤੇ ਆਪ ਉਹ ਲੇਖੇ ਤੋਂ ਬਾਹਰ ਹੈ। ਪੰਜ ਤਤ ਪਰਵਾਨ ਕਰ, ਖਾਣੀ ਚਾਰੇ ਜਗਤ ਉਪਾਇਆ। ਪਾਠੰਤਰ ਇੱਥੇ ਚਾਰ ਵੀ ਹੈ, ਖਾਣੀ ਚਾਰ, ਇਹ ਦੋਵੇਂ ਪਾਠ ਆਉਂਦੇ ਹੈ। ਪਰਮਾਤਮਾ ਨੇ ਪੰਜਾਂ ਤੱਤਾਂ ਨੂੰ ਪ੍ਰਮਾਣੀਕ ਕਰਕੇ ਤੇ ਚਾਰ ਖਾਣੀਆਂ ਦੇ ਰਾਹੀਂ ਇਸ ਸੰਸਾਰ ਨੂੰ, ਜਗਤ ਨੂੰ ਪੈਦਾ ਕੀਤਾ ਹੈ। ਇਹ ਤਾਂ ਉਹਨੇ ਪ੍ਰਮਾਣ ਕਰ ਦਿੱਤੇ ਵੀ ਇਹ ਪੰਜਾਂ ਤੱਤਾਂ ਦੇ ਨਾਲ ਹੀ ਸਰੀਰ ਦੀ ਰਚਨਾ ਹੋਣੀ। ਸਾਡਾ ਮਨੁੱਖੀ ਸਰੀਰ ਹੈ, ਪਸ਼ੂ ਦਾ ਸਰੀਰ ਹੈ, ਪੰਜ ਤੱਤ ਮੇਲੇ ਨੇ ਤਾਂ ਹੀ ਬਣਿਆ ਹੈ। ਸੋ ਪੰਜਾਂ ਤੱਤਾਂ ਨੂੰ ਉਹਨੇ ਪ੍ਰਮਾਣ ਕਰਕੇ, ਪ੍ਰਵਾਨ ਤੋਂ ਭਾਵ ਇਹਨਾਂ ਦਾ ਵਜਨ ਕਰਕੇ ਕਿ ਮਨੁੱਖੀ ਸਰੀਰ ਦੇ ਵਿੱਚ ਕਿਹੜੇ ਤੱਤ ਦੀ ਕਿੰਨੀ ਮਾਤਰਾ ਹੈ। ਅਗਨੀ ਦੀ ਮਾਤਰਾ ਕਿੰਨੀ ਹੈ, ਪਾਣੀ ਦੀ ਕਿੰਨੀ ਹੈ, ਧਰਤੀ ਦੀ ਕਿੰਨੀ ਹੈ, ਆਕਾਸ਼ ਦੀ ਕਿੰਨੀ ਹੈ, ਇਹ ਜਿੰਨੇ ਵੀ ਤੱਤ ਪੰਜੇ ਨੇ, ਸੋ ਇਹਨਾਂ ਦੀ ਮਾਤਰਾ ਉਹਨੇ ਪੂਰੀ ਮਾਪ ਤੋਲ ਕੇ ਰੱਖੀ ਹੈ। ਜਿਵੇਂ ਕੋਈ ਪਦਾਰਥ ਆਪਾਂ ਤਿਆਰ ਕਰੀਏ ਨਾ, ਤਾਂ ਉਹਦੇ ਵਿੱਚ ਮਾਤਰਾ ਜਿੱਦਾਂ ਦਾ ਉਹ ਪਦਾਰਥ ਹੈ। ਮੰਨ ਲਓ ਕੜਾਹ ਪ੍ਰਸ਼ਾਦ ਦੀ ਦੇਗ ਆਪਾਂ ਸਜਾਉਣੀ ਹੈ ਤੇ ਮਾਤਰਾ ਉਹਦੀ ਕਿਲੋ ਖੰਡ, ਕਿਲੋ ਘਿਓ ਤੇ ਕਿਲੋ ਆਟਾ। ਪਾਣੀ ਦੀ ਮਾਤਰਾ ਜਿਹੜੀ ਹੈ ਚਾਸ ਬਣਾਉਂਦੇ ਹਾਂ ਉਹ 4 ਗੁਣਾ ਹੈ। ਤੇ ਜੇ ਇਹ ਮਾਤਰਾ ਘੱਟ ਵੱਧ ਹੋ ਜਾਏ ਤੇ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਆਪਾਂ ਵੇਖਦੇ ਹਾਂ, ਜੇ ਮਾਤਰਾ ਘੱਟ ਵੱਧ ਹੋ ਗਈ ਤਾਂ ਉਹ ਪੂਰੀ ਚੰਗੀ ਤਰ੍ਹਾਂ ਸਜਦੀ ਨਹੀਂ, ਬਣਦੀ ਨਹੀਂ ਹੈ। ਇਹ ਸਾਡੇ ਜਿੰਨੇ ਸਰੀਰਾਂ ਦੇ ਆਕਾਰ ਨੇ, ਵਾਹਿਗੁਰੂ ਨੇ ਤੱਤਾਂ ਦੀ ਮਾਤਰਾ ਵੀ ਇਹਦੇ ਵਿੱਚ ਪੂਰੀ ਵਜਨ ਕਰਕੇ ਰੱਖੀ ਹੈ। ਪੰਜ ਤੱਤ ਪ੍ਰਵਾਨ ਕਰ, ਖਾਣੀ ਚਾਰੇ ਜਗਤ ਉਪਾਇਆ। 4 ਖਾਣੀਆਂ ਨੇ, ਅੰਡਜ, ਜੇਰਜ, ਸੇਤਜ, ਉਤਪੁਜ। ਅੰਡਜ ਆਂਡਿਆਂ ਤੋਂ ਪੈਦਾ ਹੋਣ ਵਾਲੇ, ਜੇਰਜ ਜੇਰ ਤੋਂ ਪੈਦਾ ਹੋਣ ਵਾਲੇ ਮਨੁੱਖ, ਪਸ਼ੂ, ਸੇਤਜ ਮੁੜ ਕੇ ਗੰਦਗੀ ਤੇ ਆਦਿਕ ਤੋਂ ਪੈਦਾ ਹੋਣ ਵਾਲੇ, ਉਤਪੁਜ ਧਰਤੀ ਵਿੱਚੋਂ ਪੈਦਾ ਹੋਣ ਵਾਲੀ ਬਨਸਪਤੀ। ਸੋ ਇਹ 4 ਖਾਣੀਆਂ ਦੇ ਰਾਹੀਂ ਜਗਤ ਨੂੰ ਪੈਦਾ ਕੀਤਾ ਹੈ। 184 ਜੂਨ ਵਿੱਚ ਆਵਾ ਗਵਨ ਚਲਤ ਵਰਤਾਇਆ। 84 ਲੱਖ ਜੂਨਾਂ ਦੇ ਵਿੱਚ ਪਰਮਾਤਮਾ ਨੇ ਜੋ ਆਉਣਾ ਜਾਣਾ ਹੈ, ਜੰਮਣ ਮਰਨ ਦਾ ਕੌਤਕ ਵਰਤਾਇਆ ਹੈ। 84 ਲੱਖ ਜੂਨ ਪੈਦਾ ਕੀਤੀ ਹੈ ਤੇ ਆਉਣ ਜਾਣ ਦਾ ਜਿਹੜਾ ਚੱਕਰ ਹੈ, ਇਹ ਕੌਤਕ ਪਰਮਾਤਮਾ ਨੇ ਆਪ ਵਰਤਾਇਆ ਹੈ। 21 ਜੂਨ ਵਿੱਚ ਜੀਅ ਜੰਤ ਅਣਗਣਤ ਵਧਾਇਆ।
ਇੱਕ ਇੱਕ ਜੂਨ ਦੇ ਵਿੱਚ ਪਰਮਾਤਮਾ ਨੇ ਅਣਗਿਣਤ ਹੀ ਜੀਵ ਜੰਤੂਆਂ ਦਾ ਵਾਧਾ ਕੀਤਾ ਹੈ, ਉਹਦੇ ਵਿੱਚ ਵਧਾਏ ਪੈਦਾ ਕੀਤੇ। ਇਹ ਨਹੀਂ ਵੀ 1 ਜੂਨ ਵਿੱਚ ਇੱਕ ਹੀ ਜੀਅ ਪੈਦਾ ਕੀਤਾ ਹੈ। ਇੱਕ ਇੱਕ ਜੂਨ ਦੇ ਵਿੱਚ ਪਰਮਾਤਮਾ ਨੇ ਬੇਸ਼ੁਮਾਰ ਹੀ ਵਾਧਾ ਕੀਤਾ ਹੈ, ਅਣਗਿਣਤ ਹੀ ਜੀਵ ਜੰਤੂ ਪੈਦਾ ਕੀਤੇ ਹੈ। ਲੇਖੈ ਅੰਦਰ ਸਭ ਕੋ ਸਭਨਾ ਮਸਤਕ ਲੇਖ ਲਿਖਾਇਆ। ਤੇ ਜਿੰਨੇ ਵੀ ਪਰਮਾਤਮਾ ਨੇ ਇਹ ਜੀਵ ਜੰਤੂ ਪੈਦਾ ਕੀਤੇ ਹੈ, ਲੇਖੈ ਅੰਦਰ ਸਭ ਕੋ, ਹਰ ਕੋਈ ਉਹਦੇ ਲੇਖੇ ਵਿੱਚ ਹੈ, ਸਾਰੇ ਰੱਬ ਦੇ ਹਿਸਾਬ ਵਿੱਚ ਨੇ। ਜੇ ਆਪਾਂ ਕਹੀਏ ਵੀ ਇੰਨੀ ਦੁਨੀਆ ਤੇ ਕੋਈ ਪਾਪ ਕਰਮ ਕਰਦਾ ਹੈ, ਰੱਬ ਤਾਂ ਭੁੱਲ ਜਾਂਦਾ ਹੁੰਦਾ ਹੋਣਾ ਵੀ ਮੈਂ ਕਿਹਦੇ ਕਿਹਦੇ ਚੇਤੇ ਰੱਖਾਂ। ਮਹਾਰਾਜ ਕਹਿੰਦੇ ਇੱਕ ਇੱਕ ਗੱਲ ਉਹਦੇ ਹਿਸਾਬ ਵਿੱਚ ਹੈ, ਲੇਖੇ ਵਿੱਚ ਹੈ। ਤੇ ਤੈਨੂੰ ਸੰਸਾਰ ਵਿੱਚ ਭੇਜਿਆ, ਤੇਰੇ ਵੀ ਮਸਤਕ 'ਤੇ ਉਹਨੇ ਲੇਖ ਲਿਖੇ, ਤੂੰ ਨਹੀਂ ਜਾਣਦਾ, ਉਹ ਜਾਣਦਾ ਹੈ। ਸਾਰੀ ਸ੍ਰਿਸ਼ਟੀ ਉਹਦੇ ਲੇਖੇ ਵਿੱਚ ਹੈ। ਲੇਖੈ ਅੰਦਰ ਸਭ ਕੋ ਸਭਨਾ ਮਸਤਕ ਲੇਖ ਲਿਖਾਇਆ। ਤੇ ਸਾਰਿਆਂ ਦੇ ਮੱਥੇ ਦੇ ਉੱਤੇ ਪਰਮਾਤਮਾ ਨੇ ਲੇਖ ਲਿਖ ਦਿੱਤਾ ਹੈ। ਲੇਖੈ ਸਾਸ ਗਿਰਾਸ ਦੇ ਲੇਖ ਲਿਖਾਰੀ ਅੰਤ ਨਾ ਪਾਇਆ। ਜਿਹੜੇ ਸਾਹ ਲੈਣਾ ਇਹ ਵੀ ਲੇਖੇ ਵਿੱਚ ਨੇ। ਕਿੰਨਾ ਕੁ ਤੂੰ ਧੰਨਵਾਦ ਕਰਦਾ ਪਰਮਾਤਮਾ ਦਾ, ਜਿਹੜੀਆਂ ਦਾਤਾਂ ਮਾਲਕ ਨੇ ਦਿੱਤੀਆਂ ਨੇ, ਤੂੰ ਕਦੇ ਸ਼ੁਕਰਾਨਾ ਨਹੀਂ ਕੀਤਾ। ਜੇ ਉਹ ਇਹਨਾਂ ਸਾਰੀਆਂ ਦਾ ਹਿਸਾਬ ਲੈਣ ਲੱਗ ਪਵੇ ਨਾ, ਤੂੰ ਮੁੱਲ ਹੀ ਨਹੀਂ ਤਾਰ ਸਕਦਾ। ਇੱਥੇ ਕਈ ਬੰਦੇ ਜੇ 4 ਕੁ ਦਿਨ ਹੌਸਪੀਟਲ ਵਿੱਚ ਰਹਿੰਦੇ ਆ, ਆਕਸੀਜਨ ਲੱਗਦੀ, ਉਹਨਾਂ ਨੂੰ ਕਿੰਨੇ ਪੈਸੇ ਲੈਂਦੇ ਨੇ, ਕਿੰਨਾ ਬਿੱਲ ਬਣਾ ਕੇ ਦੇ ਦਿੰਦੇ ਆ ਉਹ। ਅਤੇ ਬੰਦਾ ਜਨਮ ਤੋਂ ਲੈ ਕੇ ਹੁਣ ਤੱਕ ਇਹ ਮੁਫਤ ਵਿੱਚ ਹੀ ਸਾਹ ਲੈ ਰਿਹਾ ਹੈ। ਆਕਸੀਜਨ ਦੀ, ਹਵਾ ਦੀ ਕਿੰਨੀ ਕੁ ਕੀਮਤ ਉਤਾਰੀ ਇਸ ਬੰਦੇ ਨੇ। ਕਿੰਨੀਆਂ ਅਮੋਲਕ ਦਾਤਾਂ ਨੇ ਪਰਮਾਤਮਾ ਨੇ ਦਿੱਤੀਆਂ। ਲੇਖੈ ਸਾਸ ਗਿਰਾਸ ਦੇ, ਪਰਮਾਤਮਾ ਲੇਖੇ ਵਿੱਚ ਉਹਨੇ ਇਹ ਸਵਾਸ ਗਿਰਾਸ ਦਿੱਤੇ ਹੈ। ਜੋ ਸਾਹ ਲੈਣੇ ਆ ਇਹ ਵੀ ਲੇਖੇ ਵਿੱਚ ਹਨ। ਗਿਰਾਸ, ਗਿਰਾਈਆਂ ਬੁਰਕੀਆਂ, ਉਹ ਵੀ ਗਿਣ ਕੇ ਦਿੱਤੀਆਂ, ਇੰਨੀਆਂ ਖਾਣੀਆਂ ਤੂੰ, ਇੰਨਾ ਭੋਜਨ ਹੈ ਤੇਰੇ ਹਿੱਸੇ ਦਾ। ਅਤੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ, ਸਵਾਸ ਕੁਝ ਬੰਦੇ ਦੇ ਬਾਕੀ ਹੁੰਦੇ ਨੇ ਕਈ ਦਿਨ ਜ਼ਿੰਦਗੀ ਦੇ, ਪਰ ਗਿਰਾਸ ਮੁੱਕ ਜਾਂਦੇ ਆ, ਭੋਜਨ ਮੁੱਕ ਜਾਂਦਾ ਉਹਦਾ। ਫਿਰ ਆਪਾਂ ਕਹਿੰਦੇ ਜੀ ਮਹੀਨਾ ਅਖੀਰ ਜਿਉਂਦਾ ਰਿਹਾ, ਕੋਈ ਚੀਜ਼ ਮੂੰਹ ਵਿੱਚ ਨਹੀਂ ਪਾਈ। ਮੂੰਹ ਵਿੱਚ ਕਿੱਥੋਂ ਪਾਉਣੀ ਸੀ ਚੀਜ਼, ਗਿਰਾਸ ਤਾਂ ਮੁੱਕ ਗਏ। ਹੁਣ ਗਿਰਾਹੀ ਇੱਕ ਵੀ ਮੁੱਖ ਵਿੱਚ ਨਹੀਂ, ਹੁਣ ਤਾਂ ਥੋੜ੍ਹੇ ਬਹੁਤ ਪਾਣੀ ਦੇ ਸਿਰ 'ਤੇ ਹੈ ਉਹ ਬੰਦਾ। ਅਤੇ ਚਲਦਿਆਂ ਚਲਦਿਆਂ ਫਿਰ ਸਵਾਸ ਮੁੱਕ ਜਾਂਦੇ ਹੈ। ਸੋ ਸਵਾਸ ਗਿਰਾਸ ਇਹ ਲੇਖੇ ਵਿੱਚ ਹਨ। ਲੇਖ ਲਿਖਾਰੀ ਅੰਤ ਨਾ ਪਾਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਲੇਖਾਂ ਨੂੰ ਲਿਖਣ ਵਾਲਾ ਜਿਹੜਾ ਲਿਖਾਰੀ ਹੈ ਨਾ, ਉਹਦਾ ਅੰਤ ਕਿਸੇ ਨੇ ਨਹੀਂ ਪਾਇਆ। ਅਥਵਾ ਜੋ ਕੁਝ ਲੇਖਾ ਉਹਨੇ ਲਿਖਿਆ ਉਹਦਾ ਵੀ ਅੰਤ ਨਹੀਂ ਹੈ। ਅਤੇ ਲਿਖਾਰੀ ਪਰਮਾਤਮਾ ਦਾ ਕੋਈ ਅੰਤ ਨਹੀਂ ਹੈ। ਆਪ ਅਲੇਖ ਨਾ ਅਲਖ ਲਖਾਇਆ। ਪਰਮਾਤਮਾ ਆਪ ਅਲੇਖ ਹੈ, ਭਾਵ ਉਹ ਲੇਖੇ ਤੋਂ ਬਾਹਰ ਹੈ, ਅਲਖ ਹੈ। ਅਤੇ ਕਿਸੇ ਨੇ ਵੀ ਅੱਜ ਤੱਕ ਪਰਮਾਤਮਾ ਨੂੰ ਲਖਿਆ ਨਹੀਂ, ਉਹਨੂੰ ਜਾਣਿਆ ਨਹੀਂ ਹੈ, ਅੱਖਾਂ ਦੇ ਨਾਲ ਦੇਖਿਆ ਨਹੀਂ, ਹੱਥਾਂ ਦੇ ਨਾਲ ਫੜਿਆ ਨਹੀਂ, ਮਨ ਕਰਕੇ ਵੀ ਉਹ ਅਪਹੁੰਚ ਹੈ। ਭਾਵ ਇਹ ਹੈ ਵੀ ਜਿੰਨੇ ਗਿਆਨ ਇੰਦਰੇ ਕਰਮ ਇੰਦਰੇ ਹਨ, ਇਹਨਾਂ ਸਾਰਿਆਂ ਤੋਂ ਪਰਮਾਤਮਾ ਅਪਹੁੰਚ ਹੈ ਅਤੇ ਲੇਖੇ ਤੋਂ ਬਾਹਰ ਹੈ। ਬਾਕੀ ਜੋ ਕੁਝ ਹੈ, ਜਿੰਨੀ ਸ੍ਰਿਸ਼ਟੀ, ਜਿੰਨੇ ਜੀਅ ਜੰਤ, ਸਾਰੇ ਹੀ ਉਹਦੇ ਲੇਖੇ ਵਿੱਚ ਹਨ। ਅਸੀਂ ਰੋਜ਼ ਸਤਿਗੁਰੂ ਮਹਾਰਾਜ ਜੀ ਦਾ ਇਹ ਬਚਨ ਪੜ੍ਹਦੇ ਹਾਂ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫਰਮਾਏ ਤਿਵ ਤਿਵ ਪਾਹੇ। ਜਿਨ ਇਹ ਲਿਖੇ, ਜਿਹਨੇ ਇਹ ਲਿਖੇ ਨੇ ਲੇਖ ਤੇਰੇ, ਤਿਸ ਸਿਰ ਨਾਹੇ, ਉਹਦੇ ਸਿਰ ਕੋਈ ਲੇਖਾ ਨਹੀਂ, ਉਹਦੇ ਮੱਥੇ 'ਤੇ ਕੋਈ ਲੇਖ ਨਹੀਂ ਹੈ। ਉਹ ਲੇਖਾਂ ਤੋਂ ਬਿਨਾਂ ਹੈ। ਉੱਦਾਂ ਹਰੇਕ ਬੰਦੇ ਦੇ ਮਸਤਕ ਦੇ ਲੇਖ ਵੀ ਹਨ, ਔਰ ਜੋ ਕੁਝ ਇਹਨੂੰ ਪ੍ਰਾਪਤ ਹੋਇਆ ਉਹ ਵੀ ਲੇਖੇ ਵਿੱਚ ਹੈ। ਸਵਾਸ ਵੀ, ਗਿਰਾਸ ਵੀ, ਵਸਤਰਾਂ ਦਾ ਪਾਉਣਾ, ਭੋਜਨ ਦਾ ਖਾਣਾ, ਇਹ ਸਾਰਾ ਲੇਖੇ ਵਿੱਚ ਹੈ। ਇਹਦਾ ਵੀ ਲੇਖਾ
ਮਾਲਕ ਦੇ ਦਰ 'ਤੇ ਹੋਵੇਗਾ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਲੇਖੈ ਸਾਸ ਗਿਰਾਸ ਦੇ, ਲੇਖ ਲਿਖਾਰੀ ਅੰਤ ਨ ਪਾਇਆ। ਆਪ ਅਲੇਖ ਨ ਅਲਖ ਲਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।